ਸਾਡੇ ਅੱਜ ਦਾ ਟੌਪਿਕ ਹੈ ਮੁਗਲ ਸਾਮਰਾਜ ਦੇ ਪਤਨ ਦੇ ਕਾਰਨ। ਪਿਛਲੇ ਲੈਕਚਰ ਦੇ ਵਿੱਚ ਅਸੀਂ ਗੱਲ ਕੀਤੀ ਸੀ ਮੁਗਲ ਸਾਮਰਾਜ ਦੀਆਂ ਅੰਦਰੂਨੀ ਕਮਜ਼ੋਰੀਆਂ ਜਾਂ ਮੌਲਿਕ ਕਾਰਨਾਂ ਦੇ ਬਾਰੇ। ਅੱਜ ਗੱਲ ਕਰਾਂਗੇ ਅਸੀਂ ਔਰੰਗਜ਼ੇਬ ਦੀਆਂ ਨੀਤੀਆਂ ਅਤੇ ਕਾਰਜ, ਉਹ ਨੀਤੀਆਂ ਜਿਨ੍ਹਾਂ ਨੂੰ ਮੂਰਖਤਾਪੂਰਨ ਨੀਤੀਆਂ ਕਿਹਾ ਗਿਆ। ਭਾਵੇਂ ਔਰੰਗਜ਼ੇਬ ਤੋਂ ਪਹਿਲਾਂ ਮੁਗਲ ਸਾਮਰਾਜ ਵਿੱਚ ਤਰੁੱਟੀਆਂ ਮੌਜੂਦ ਸਨ ਜੋ ਸਾਮਰਾਜ ਨੂੰ ਅੰਦਰੋਂ ਕਮਜ਼ੋਰ ਕਰ ਰਹੀਆਂ ਸਨ, ਫਿਰ ਵੀ ਇਹ ਮੰਨਣਾ ਪਵੇਗਾ ਕਿ ਔਰੰਗਜ਼ੇਬ ਦੀਆਂ ਇਹਨਾਂ ਮੂਰਖਤਾਪੂਰਨ ਨੀਤੀਆਂ ਅਤੇ ਕਾਰਜ ਵੀ ਮੁਗਲ ਸਾਮਰਾਜ ਦੇ ਪਤਨ ਲਈ ਕਾਫੀ ਹੱਦ ਤੱਕ ਜ਼ਿੰਮੇਵਾਰ ਸਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਸੀਂ ਹਿੰਦੂ ਵਿਰੋਧੀ ਨੀਤੀ 'ਤੇ। ਔਰੰਗਜ਼ੇਬ ਇੱਕ ਕੱਟੜ ਸੁੰਨੀ ਸੀ ਜੋ ਸਾਰੇ ਭਾਰਤ ਨੂੰ ਦਾਰੁਲ ਇਸਲਾਮ ਭਾਵ ਇਸਲਾਮ ਦੀ ਧਰਤੀ ਬਣਾਉਣਾ ਚਾਹੁੰਦਾ ਸੀ। ਉਸ ਨੇ ਹਿੰਦੂਆਂ ਦੀ ਧਾਰਮਿਕ ਸੁਤੰਤਰਤਾ ਪੂਰਨ ਤੌਰ 'ਤੇ ਨਸ਼ਟ ਕਰ ਦਿੱਤੀ ਅਤੇ ਉਹਨਾਂ ਨਾਲ ਚੰਗਾ ਸਲੂਕ ਨਾ ਕੀਤਾ। ਜਿਵੇਂ ਪ੍ਰੋਫੈਸਰ SR ਸ਼ਰਮਾ ਦੇ ਕਥਨ ਅਨੁਸਾਰ ਹਿੰਦੂਆਂ ਉੱਤੇ ਜ਼ੁਲਮ ਔਰੰਗਜ਼ੇਬ ਦੇ ਰਾਜਕਾਲ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਸੀ। ਇਸ ਤੋਂ ਬਿਨਾਂ ਉਸ ਦਾ ਰਾਜਕਾਲ ਸਭ ਤੋਂ ਜ਼ਿਆਦਾ ਨਹਿਸ ਅਤੇ ਵਿਪਤਾਜਨਕ ਹੋਣ ਦੀ ਥਾਂ ਇੱਕ ਸ਼ਾਨਦਾਰ ਕਾਲ ਕਹਾਉਂਦਾ। ਔਰੰਗਜ਼ੇਬ ਨੇ ਹਿੰਦੂਆਂ ਉੱਤੇ ਜਜ਼ੀਆ ਕਰ ਦੁਬਾਰਾ ਤੋਂ ਲਗਾ ਦਿੱਤਾ, ਜਿਹੜਾ ਅਕਬਰ, ਜਹਾਂਗੀਰ ਅਤੇ ਸ਼ਾਹਜਹਾਂ ਦੇ ਸਮੇਂ ਵਿੱਚ ਬੰਦ ਹੀ ਰਿਹਾ ਸੀ। ਉਸ ਦੇ ਹੁਕਮ ਅਨੁਸਾਰ ਹਿੰਦੂਆਂ ਦੇ ਬਹੁਤ ਸਾਰੇ ਮੰਦਰਾਂ ਨੂੰ ਵੀ ਨਸ਼ਟ ਕਰ ਦਿੱਤਾ ਗਿਆ, ਜਿਨ੍ਹਾਂ ਵਿੱਚੋਂ ਜੇ ਦੇਖਿਆ ਜਾਵੇ ਸੋਮਨਾਥ, ਬਨਾਰਸ ਅਤੇ ਮਥੁਰਾ ਦੇ ਮੰਦਰ ਸਨ। ਉਸ ਨੇ ਮੁਸਲਮਾਨਾਂ ਦੇ ਮੁਕਾਬਲੇ ਵਿੱਚ ਹਿੰਦੂਆਂ ਪਾਸੋਂ ਵਧੇਰੇ ਚੁੰਗੀ ਕਰ ਵਸੂਲ ਕਰਨ ਦਾ ਹੁਕਮ ਦੇ ਦਿੱਤਾ। ਹਿੰਦੂਆਂ ਨੂੰ ਉੱਚੀਆਂ ਸਰਕਾਰੀ ਨੌਕਰੀਆਂ ਤੋਂ ਕੱਢ ਦਿੱਤਾ ਗਿਆ। ਉਹਨਾਂ ਨੂੰ ਆਪਣੇ ਤਿਉਹਾਰ ਮਨਾਉਣ, ਦੂਜੇ ਰੀਤੀ ਰਿਵਾਜਾਂ ਦੀ ਆਜ਼ਾਦੀ ਨਾਲ ਪਾਲਣਾ ਕਰਨ ਦੀ ਆਗਿਆ ਵੀ ਨਹੀਂ ਦਿੱਤੀ ਸੀ। ਇਸ ਤੋਂ ਬਿਨਾਂ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਿਮ ਬਣਾਉਣ ਦੇ ਵੀ ਯਤਨ ਕੀਤੇ ਗਏ। ਸਮਰਾਟ ਦੇ ਇਹਨਾਂ ਸਾਰੇ ਮੂਰਖਤਾਪੂਰਨ ਕਾਰਜਾਂ ਦਾ ਸਿੱਟਾ ਇਹ ਹੋਇਆ ਕਿ ਹਿੰਦੂ ਜੋ ਸਾਮਰਾਜ ਵਿੱਚ ਬਹੁ ਗਿਣਤੀ ਵਿੱਚ ਸਨ, ਸਾਮਰਾਜ ਦੇ ਬੈਰੀ ਬਣ ਗਏ ਅਤੇ ਉਹਨਾਂ ਨੇ ਬਗਾਵਤਾਂ ਕਰ ਦਿੱਤੀਆਂ। ਹੌਲੀ ਹੌਲੀ ਮੁਗਲ ਸਾਮਰਾਜ ਤੋਂ ਸੁਤੰਤਰ ਹੋ ਗਏ। ਇਸ ਤਰ੍ਹਾਂ ਮੁਗਲ ਸਾਮਰਾਜ ਦਾ ਵਿਘਟਨ ਤੇ ਪਤਨ ਹੋਣ ਲੱਗਾ। ਦੂਸਰਾ, ਸ਼ੀਆ ਵਿਰੋਧੀ ਨੀਤੀ। ਔਰੰਗਜ਼ੇਬ ਨੇ ਹਿੰਦੂਆਂ ਦੀ ਤਰ੍ਹਾਂ ਸ਼ੀਆ ਲੋਕਾਂ ਉੱਤੇ ਵੀ ਜ਼ੁਲਮ ਕੀਤੇ। ਉਸ ਨੇ ਉੱਚੀਆਂ ਸਰਕਾਰੀ ਪਦਵੀਆਂ ਤੋਂ ਸ਼ੀਆ ਮੁਸਲਮਾਨਾਂ ਨੂੰ ਕੱਢ ਦਿੱਤਾ। ਉਹਨਾਂ ਦੀ ਥਾਂ ਸੁੰਨੀ ਮੁਸਲਮਾਨਾਂ ਨੂੰ ਨਿਯੁਕਤ ਕੀਤਾ। ਇਸ ਤੋਂ ਬਿਨਾਂ ਔਰੰਗਜ਼ੇਬ ਨੇ ਸ਼ੀਆ ਲੋਕਾਂ ਨੂੰ ਧਾਰਮਿਕ ਸੁਤੰਤਰਤਾ ਨਾ ਦਿੱਤੀ ਅਤੇ ਉਹਨਾਂ ਦੇ ਅਸੂਲਾਂ ਤੇ ਰੀਤੀ ਰਿਵਾਜਾਂ ਨੂੰ ਦਬਾਉਣ ਦੀ ਨੀਤੀ ਦਾ ਅਮਲ ਕੀਤਾ। ਸਿੱਟੇ ਵਜੋਂ ਸ਼ੀਆ ਲੋਕ ਵੀ ਸਾਮਰਾਜ ਦੇ ਵਿਰੋਧੀ ਬਣ ਗਏ। ਤੀਸਰਾ ਹੈ ਮੂਰਖਤਾਪੂਰਨ ਰਾਜਪੂਤ ਨੀਤੀ। ਅਕਬਰ ਨੇ ਬੜੀ ਸਿਆਣਪ ਨਾਲ ਰਾਜਪੂਤਾਂ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕੀਤੇ ਸਨ। ਉਹਨਾਂ ਦੀਆਂ ਬਹੁਮੁੱਲੀਆਂ ਸੇਵਾਵਾਂ ਦੀ ਸਾਮਰਾਜ ਦੇ ਵਿਸਤਾਰ ਤੇ ਵਿਕਾਸ ਲਈ ਵਰਤੋਂ ਕੀਤੀ ਸੀ।
ਜਹਾਂਗੀਰ ਅਤੇ ਸ਼ਾਹਜਹਾਂ ਨੇ ਇਸ ਨੀਤੀ ਨੂੰ ਜਾਰੀ ਰੱਖਿਆ ਸੀ, ਪਰ ਔਰੰਗਜ਼ੇਬ ਨੇ ਇਸ ਨੀਤੀ ਨੂੰ ਛੱਡ ਕੇ ਰਾਜਪੂਤਾਂ ਪ੍ਰਤੀ ਯੁੱਧ ਕਰਨ ਦੀ ਨੀਤੀ ਅਪਣਾਈ। ਜਸਵੰਤ ਸਿੰਘ ਦੀ ਮੌਤ ਪਿੱਛੋਂ ਉਸ ਨੇ ਮਾਰਵਾੜ ਉੱਤੇ ਅਧਿਕਾਰ ਕਰਨ ਲਈ ਮੁਗਲ ਫੌਜਾਂ ਭੇਜੀਆਂ ਅਤੇ ਜਸਵੰਤ ਸਿੰਘ ਦੇ ਪੁੱਤਰ ਅਜੀਤ ਸਿੰਘ ਨੂੰ ਰਾਜਾ ਮੰਨਣ ਤੋਂ ਇਨਕਾਰ ਕਰ ਦਿੱਤਾ। ਮੇਵਾੜ ਦਾ ਮਹਾਰਾਣਾ ਵੀ ਮੁਗਲਾਂ ਵਿਰੁੱਧ ਯੁੱਧ ਵਿੱਚ ਸ਼ਾਮਲ ਹੋ ਗਿਆ। ਭਾਵੇਂ ਮੇਵਾੜ ਨਾਲ 1681 ਈਸਵੀ ਵਿੱਚ ਮੁਗਲ ਸਮਰਾਟ ਦਾ ਸਮਝੌਤਾ ਹੋ ਗਿਆ, ਪਰ ਮਾਰਵਾੜ ਦੇ ਅਜੀਤ ਸਿੰਘ ਅਤੇ ਦੁਰਗਾਦਾਸ ਨੇ ਉਦੋਂ ਤੱਕ ਯੁੱਧ ਜਾਰੀ ਰੱਖਿਆ ਜਦੋਂ ਤੱਕ ਕਿ ਉਹਨਾਂ ਨੇ ਆਪਣੇ ਰਾਜ ਨੂੰ ਸੁਤੰਤਰ ਨਾ ਕਰ ਲਿਆ। ਰਾਜਪੂਤਾਂ ਵਿਰੁੱਧ ਕਈ ਵਰ੍ਹਿਆਂ ਤੱਕ ਯੁੱਧ ਕਰਨ ਦੇ ਸਾਮਰਾਜ ਲਈ ਭੈੜੇ ਸਿੱਟੇ ਨਿਕਲੇ। ਜਿਵੇਂ ਪਹਿਲਾਂ ਇਹਨਾਂ ਯੁੱਧਾਂ ਵਿੱਚ ਜਾਨੀ ਤੇ ਮਾਲੀ ਨੁਕਸਾਨ ਹੋਇਆ। ਦੂਸਰਾ, ਰਾਜਪੂਤ ਸਾਮਰਾਜ ਦੇ ਬੈਰੀ ਬਣ ਗਏ। ਹੁਣ ਇਸ ਦੀਆਂ ਸੇਵਾਵਾਂ ਕਰਨ ਦੀ ਬਜਾਏ ਇਸ ਦੇ ਪਤਨ ਲਈ ਯਤਨ ਕਰਨ ਲੱਗੇ। ਤੀਸਰਾ, ਇਹਨਾਂ ਯੁੱਧਾਂ ਨਾਲ ਸ਼ਾਹੀ ਸਨਮਾਨ ਨੂੰ ਸੱਟ ਵੱਜੀ, ਕਿਉਂਕਿ ਮੁਗਲ ਰਾਜਪੂਤਾਂ ਨੂੰ ਕੁਚਲਣ ਵਿੱਚ ਅਸਫਲ ਰਹੇ। ਇਸ ਤਰ੍ਹਾਂ ਔਰੰਗਜ਼ੇਬ ਦੀ ਰਾਜਪੂਤਾਂ ਸੰਬੰਧੀ ਨੀਤੀ ਮੁਗਲ ਸਾਮਰਾਜ ਲਈ ਘਾਤਕ ਸਿੱਧ ਹੋਈ। ਚੌਥਾ ਹੈ ਵਿਪਤਾਜਨਕ ਦੱਖਣ ਨੀਤੀ। ਮੁਗਲ ਸਮਰਾਟ ਨੇ ਬੀਜਾਪੁਰ ਤੇ ਗੋਲਕੁੰਡਾ ਦੀਆਂ ਸ਼ੀਆ ਰਿਆਸਤਾਂ ਨੂੰ ਫਤਿਹ ਕਰਨ ਤੇ ਮਰਾਠਿਆਂ ਵਿਰੁੱਧ ਯੁੱਧ ਕਰਨ ਵਿੱਚ ਆਪਣੇ ਜੀਵਨ ਦੇ ਪਿਛਲੇ 25 ਸਾਲ ਲਗਾ ਦਿੱਤੇ। ਇਹਨਾਂ ਲੰਮੇ ਯੁੱਧਾਂ ਕਾਰਨ ਸਮਰਾਟ ਦੀ ਸਿਹਤ ਵਿਗੜ ਗਈ ਤੇ 1707 ਈਸਵੀ ਵਿੱਚ ਦੱਖਣ ਵਿੱਚ ਹੀ ਉਸ ਦੀ ਮੌਤ ਹੋ ਗਈ। ਇਹ ਯੁੱਧ ਨਾ ਕੇਵਲ ਸਮਰਾਟ ਦੀ ਮੌਤ ਦਾ ਹੀ ਕਾਰਨ ਬਣੇ, ਸਗੋਂ ਸਾਮਰਾਜ ਲਈ ਵੀ ਘਾਤਕ ਸਿੱਧ ਹੋਏ। ਸਮਰਾਟ ਦੀ ਬਹੁਤ ਦੇਰ ਤੱਕ ਰਾਜਧਾਨੀ ਤੋਂ ਗੈਰ ਹਾਜ਼ਰੀ ਕਾਰਨ ਉੱਤਰੀ ਭਾਰਤ ਵਿੱਚ ਬਦਅਮਨੀ ਫੈਲ ਗਈ ਅਤੇ ਸਾਮਰਾਜ ਦੇ ਵੈਰੀਆਂ ਨੇ ਬਗਾਵਤਾਂ ਕਰ ਦਿੱਤੀਆਂ। ਔਰੰਗਜ਼ੇਬ ਦੇ ਉੱਤਰਾਧਿਕਾਰੀਆਂ ਲਈ ਇਹਨਾਂ ਬਗਾਵਤਾਂ ਦਾ ਦਮਨ ਕਰਨਾ ਔਖਾ ਹੋ ਗਿਆ ਅਤੇ ਇਸ ਤਰ੍ਹਾਂ ਮੁਗਲ ਸਾਮਰਾਜ ਦਾ ਵਿਘਟਨ ਤੇ ਪਤਨ ਆਰੰਭ ਹੋ ਗਿਆ। ਅਗਲਾ ਹੈ ਮੁਗਲ ਸਾਮਰਾਜ ਦੀ ਵਿਸ਼ਾਲਤਾ। ਅਕਬਰ ਨੇ ਆਪਣੀਆਂ ਜਿੱਤਾਂ ਦੇ ਸਿੱਟੇ ਵਜੋਂ ਸਾਰੇ ਉੱਤਰੀ ਭਾਰਤ ਵਿੱਚ ਮੁਗਲ ਸਾਮਰਾਜ ਦਾ ਵਿਸਥਾਰ ਕਰ ਦਿੱਤਾ ਸੀ ਤੇ ਦੱਖਣੀ ਭਾਰਤ ਦੇ ਵੀ ਖਾਨਦੇਸ਼ ਤੇ ਅਹਿਮਦਨਗਰ ਦੇ ਇਲਾਕੇ ਇਸ ਵਿੱਚ ਸ਼ਾਮਲ ਕਰ ਲਏ ਸਨ। ਔਰੰਗਜ਼ੇਬ ਦੇ ਸਮੇਂ ਬੀਜਾਪੁਰ ਤੇ ਗੋਲਕੁੰਡਾ ਦੀਆਂ ਰਿਆਸਤਾਂ ਵੀ ਮੁਗਲ ਸਾਮਰਾਜ ਵਿੱਚ ਮਿਲਾ ਲਈਆਂ ਗਈਆਂ ਅਤੇ ਇਹ ਬਹੁਤ ਵਿਸ਼ਾਲ ਹੋ ਗਿਆ। ਇਸ ਵਿੱਚ ਕੁੱਲ 21 ਪ੍ਰਾਂਤ ਸਨ। ਇੰਨੇ ਵਿਸ਼ਾਲ ਸਾਮਰਾਜ ਨੂੰ ਰਾਜਧਾਨੀ ਤੋਂ ਕੰਟਰੋਲ ਵਿੱਚ ਰੱਖਣਾ ਬਹੁਤ ਔਖਾ ਸੀ, ਕਿਉਂਕਿ ਉਸ ਜ਼ਮਾਨੇ ਵਿੱਚ ਆਵਾਜਾਈ ਦੇ ਸਾਧਨ ਅੱਜ ਕੱਲ੍ਹ ਦੀ ਤਰ੍ਹਾਂ ਨਹੀਂ ਸਨ। ਔਰੰਗਜ਼ੇਬ ਤੋਂ ਪਿੱਛੋਂ ਬੰਗਾਲ ਅਤੇ ਦੱਖਣ ਦੇ ਦੂਰ ਦੁਰਾਡੇ ਦੇ ਸੂਬਿਆਂ ਵਿੱਚ ਬਗਾਵਤਾਂ ਹੋ ਗਈਆਂ। ਕੇਂਦਰੀ ਸਰਕਾਰ ਇਹਨਾਂ ਬਗਾਵਤਾਂ ਨੂੰ ਕੁਚਲਣ ਵਿੱਚ ਅਸਫਲ ਰਹੀ ਅਤੇ ਇਹ ਸੂਬੇ ਸਾਮਰਾਜ ਤੋਂ ਸੁਤੰਤਰ ਹੋ ਗਏ। ਅਗਲਾ ਪੁਆਇੰਟ ਹੈ ਔਰੰਗਜ਼ੇਬ ਦਾ ਸ਼ੱਕੀ ਸੁਭਾਅ। ਕਿਹਾ ਜਾਂਦਾ ਹੈ ਔਰੰਗਜ਼ੇਬ ਬੜਾ ਸ਼ੱਕੀ ਸੁਭਾਅ ਦਾ ਸੀ। ਉਹ ਆਪਣੇ ਪੁੱਤਰਾਂ ਅਤੇ ਨਜ਼ਦੀਕੀ ਸੰਬੰਧੀਆਂ ਉੱਤੇ ਵੀ ਵਿਸ਼ਵਾਸ ਨਹੀਂ ਕਰਦਾ ਸੀ।
ਉਸਨੇ ਆਪਣੇ ਪੁੱਤਰਾਂ ਨੂੰ ਸ਼ਾਸਨ ਪ੍ਰਬੰਧ ਦੇ ਕੰਮਾਂ ਵਿੱਚ ਕੋਈ ਟ੍ਰੇਨਿੰਗ ਨਾ ਦਿੱਤੀ, ਸਗੋਂ ਆਪਣੇ ਸ਼ੱਕੀ ਸੁਭਾਅ ਕਾਰਨ ਉਹਨਾਂ ਦੀਆਂ ਹਰਕਤਾਂ 'ਤੇ ਨਿਗਰਾਨੀ ਰੱਖਣ ਲਈ ਉਸਨੇ ਉਹਨਾਂ ਪਿੱਛੇ ਜਾਸੂਸ ਛੱਡ ਦਿੱਤੇ। ਇਸ ਲਈ ਉਸ ਦੇ ਪੁੱਤਰ ਰਾਜ ਪ੍ਰਬੰਧ ਦੇ ਮਾਮਲਿਆਂ ਵਿੱਚ ਕੋਈ ਤਜਰਬਾ ਹਾਸਲ ਨਾ ਕਰ ਸਕੇ ਅਤੇ ਨਾ ਹੀ ਉਹਨਾਂ ਨੂੰ ਯੁੱਧ ਸੰਬੰਧੀ ਟ੍ਰੇਨਿੰਗ ਪ੍ਰਾਪਤ ਕਰਨ ਦਾ ਮੌਕਾ ਮਿਲ ਸਕਿਆ। ਸਮਰਾਟ ਦੇ ਵਿਵਹਾਰ ਤੋਂ ਤੰਗ ਆ ਕੇ ਉਹ ਉਸ ਦੇ ਵਿਰੁੱਧ ਸਾਜ਼ਿਸ਼ਾਂ ਕਰਨ ਲੱਗੇ। ਇਸ ਦਾ ਇਹ ਵੀ ਸਿੱਟਾ ਨਿਕਲਿਆ ਕਿ ਔਰੰਗਜ਼ੇਬ ਤੋਂ ਬਾਅਦ ਉਸ ਦੇ ਉੱਤਰਾਧਿਕਾਰੀ ਅਯੋਗ ਸਾਬਤ ਹੋਏ, ਜੋ ਮੁਗਲ ਸਾਮਰਾਜ ਦੇ ਪਤਨ ਨੂੰ ਨਾ ਰੋਕ ਸਕੇ। 7ਵਾਂ, ਕਿਸਾਨਾਂ ਦੀ ਭੈੜੀ ਹਾਲਤ। ਅਕਬਰ ਨੇ ਕੁਸ਼ਲ ਭੂਮੀ ਕਰ ਪ੍ਰਣਾਲੀ ਦੀ ਵਿਵਸਥਾ ਕੀਤੀ ਸੀ ਅਤੇ ਕਿਸਾਨਾਂ ਦੀ ਭਲਾਈ ਵੱਲ ਖਾਸ ਧਿਆਨ ਦਿੱਤਾ ਸੀ। ਜਹਾਂਗੀਰ ਤੇ ਸ਼ਾਹਜਹਾਂ ਦੇ ਸਮੇਂ ਵੀ ਕਿਸਾਨਾਂ ਦੀ ਅਵਸਥਾ ਸੰਤੋਖਜਨਕ ਰਹੀ, ਪਰ ਔਰੰਗਜ਼ੇਬ ਦੇ ਰਾਜਕਾਲ ਦੇ ਅੰਤਲੇ 25 ਸਾਲਾਂ ਦੌਰਾਨ ਸਰਕਾਰੀ ਅਧਿਕਾਰੀਆਂ, ਜ਼ਿਮੀਂਦਾਰਾਂ ਤੇ ਜ਼ਗੀਰਦਾਰਾਂ ਨੇ ਕਿਸਾਨਾਂ ਦਾ ਬੜਾ ਸ਼ੋਸ਼ਣ ਕੀਤਾ। ਸਿੱਟੇ ਵਜੋਂ ਕਿਸਾਨਾਂ ਦੀ ਹਾਲਤ ਤਰਸਯੋਗ ਹੋ ਗਈ। ਬਹੁਤ ਸਾਰੇ ਕਿਸਾਨ ਅਜਿਹੇ ਵੀ ਸਨ ਜਿਨ੍ਹਾਂ ਨੇ ਦੁਖੀ ਹੋ ਕੇ ਖੇਤੀ ਕਰਨੀ ਛੱਡ ਦਿੱਤੀ ਤੇ ਅਸੰਤੁਸ਼ਟ ਹੋ ਕੇ ਉਹ ਬਾਅਦ ਵਿੱਚ ਵਿਦਰੋਹੀਆਂ ਦੇ ਨਾਲ ਮਿਲ ਗਏ। ਜ਼ਗੀਰਦਾਰੀ ਪ੍ਰਣਾਲੀ ਦੀ ਸੰਕਟਮਈ ਅਵਸਥਾ। ਔਰੰਗਜ਼ੇਬ ਦੇ ਅੰਤਲੇ 25 ਵਰ੍ਹਿਆਂ ਵਿੱਚ ਜ਼ਗੀਰਦਾਰੀ ਪ੍ਰਣਾਲੀ ਦੀ ਅਵਸਥਾ ਸੰਕਟਮਈ ਹੋ ਗਈ। ਔਰੰਗਜ਼ੇਬ ਦੇ ਰਾਜਕਾਲ ਦੇ ਅੰਤਲੇ 25 ਵਰ੍ਹਿਆਂ ਵਿੱਚ ਜ਼ਗੀਰਦਾਰੀ ਪ੍ਰਣਾਲੀ ਦੀ ਅਵਸਥਾ ਸੰਕਟਮਈ ਹੋ ਗਈ। ਸਮਰਾਟ ਨੇ ਦੱਖਣੀ ਭਾਰਤ ਦੇ ਬਹੁਤ ਸਾਰੇ ਸਰਦਾਰਾਂ ਨੂੰ ਖੁੱਲ੍ਹੇ ਦਿਲ ਨਾਲ ਮਨਸਬਾਂ ਦਿੱਤੀਆਂ ਅਤੇ ਉਹਨਾਂ ਨੂੰ ਨਗਦ ਤਨਖਾਹਾਂ ਦੀ ਥਾਂ ਜ਼ਗੀਰਾਂ ਦੇ ਦਿੱਤੀਆਂ। ਇਸ ਦੇ ਸਿੱਟੇ ਵਜੋਂ ਔਰੰਗਜ਼ੇਬ ਦੇ ਸ਼ਾਸਨ ਕਾਲ ਦੇ ਅੰਤਲੇ ਵਰ੍ਹਿਆਂ ਵਿੱਚ ਜ਼ਗੀਰਾਂ ਦੀ ਘਾਟ ਹੋ ਗਈ। ਕਈ ਮਨਸਬਦਾਰਾਂ ਨੂੰ 5-6 ਵਰ੍ਹਿਆਂ ਤੱਕ ਜ਼ਗੀਰਾਂ ਨਾ ਮਿਲ ਸਕੀਆਂ ਅਤੇ ਕਈ ਪੁਰਾਣੇ ਮਨਸਬਦਾਰਾਂ ਨੂੰ ਜ਼ਗੀਰਾਂ ਤੋਂ ਵਾਂਝਿਆਂ ਕਰ ਦਿੱਤਾ ਗਿਆ। ਜਿਨ੍ਹਾਂ ਜ਼ਗੀਰਦਾਰਾਂ ਦੀਆਂ ਜ਼ਗੀਰਾਂ ਦੀ ਬਦਲੀ ਕਰ ਦਿੱਤੀ, ਉਹਨਾਂ ਇਲਾਕਿਆਂ ਵਿੱਚ ਕਿਸਾਨਾਂ ਉੱਤੇ ਬਹੁਤ ਜ਼ਿਆਦਾ ਜ਼ੁਲਮ ਕੀਤੇ ਜਾਣ ਲੱਗੇ ਅਤੇ ਬਹੁਤ ਸਾਰੇ ਕਿਸਾਨ ਖੇਤੀਬਾੜੀ ਛੱਡ ਗਏ ਅਤੇ ਇਹ ਇਲਾਕੇ ਉੱਜੜ ਗਏ। ਇਸ ਤਰ੍ਹਾਂ ਜ਼ਗੀਰਦਾਰੀ ਪ੍ਰਣਾਲੀ ਦਾ ਪਤਨ ਹੋਣ ਲੱਗਾ ਅਤੇ ਇਸ ਦੇ ਨਾਲ ਹੀ ਮੁਗਲ ਸਾਮਰਾਜ ਦਾ ਵੀ ਪਤਨ ਹੋਣ ਲੱਗਾ। ਜਿਵੇਂ ਡਾਕਟਰ ਆਥਰ ਅਲੀ ਲਿਖਦੇ ਨੇ, ਔਰੰਗਜ਼ੇਬ ਦੇ ਰਾਜਕਾਲ ਦੇ ਅੰਤਲੇ ਵਰ੍ਹਿਆਂ ਵਿੱਚ ਜ਼ਗੀਰਦਾਰੀ ਪ੍ਰਣਾਲੀ ਦੀ ਸੰਕਟਮਈ ਅਵਸਥਾ ਔਰੰਗਜ਼ੇਬ ਦੀ ਅਸਫਲਤਾ ਦਾ ਮੁੱਖ ਕਾਰਨ ਸੀ ਅਤੇ ਇਸ ਨਾਲ ਮੁਗਲ ਸਾਮਰਾਜ ਦੇ ਅੰਤ ਦਾ ਆਰੰਭ ਹੋਇਆ। ਇਸ ਤਰ੍ਹਾਂ ਔਰੰਗਜ਼ੇਬ ਦੀ ਮੌਤ ਤੋਂ ਕਈ ਵਰ੍ਹੇ ਪਹਿਲਾਂ ਮੁਗਲ ਸਾਮਰਾਜ ਦੇ ਵਿਘਟਨ ਤੇ ਪਤਨ ਦੇ ਚਿੰਨ੍ਹ ਸਪਸ਼ਟ ਰੂਪ ਵਿੱਚ ਨਜ਼ਰ ਆਉਣ ਲੱਗੇ ਸਨ। ਇਹ ਸੀ ਔਰੰਗਜ਼ੇਬ ਦੀਆਂ ਨੀਤੀਆਂ ਤੇ ਕਾਰਜ। ਧੰਨਵਾਦ।